ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੀਂ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਗੁਰ ਰਾਮਦਾਸ ਗੁਣ ਗਾਵ ਗੁਰ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਗੁਰ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਗੋਬਿੰਦ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਣ ਸੋਏ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਚੌਪਈ। ਇੱਕ ਲਾਲੂ ਬੁੱਧਵਾਨ ਨਰ, ਦੂਸਰ ਦੁਰਗਾ ਨਾਮ। ਜੀਵਨ ਦਾ ਮਿਲ ਤੀਸਰੋ, ਚੱਲ ਆਏ ਗੁਰ ਸ਼ਾਮ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਬਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਪਈ। ਇੱਕ ਲਾਲੂ ਬੁੱਧਵਾਨ ਨਰ, ਦੂਸਰ ਦੁਰਗਾ ਨਾਮ। ਜੀਵਨ ਦਾ ਮਿਲ ਤੀਸਰੋ, ਚੱਲ ਆਏ ਗੁਰ ਸ਼ਾਮ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 39 ਸ਼ੁਰੂ ਕਰਦੇ ਹੋਏ ਲਿਖਦੇ ਨੇ ਕਿ ਜਿਵੇਂ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਪਿਛਲੇ ਅਧਿਆਇ ਦੇ ਵਿੱਚ ਸਰਵਣ ਕੀਤਾ ਸੀ ਕਿ ਕੁਝ ਜਿਹੜੇ ਸ਼ੇਖ ਨੇ ਗੁਰੂ ਕੇ ਸਿੱਖਾਂ ਦੇ ਘੜਿਆਂ ਨੂੰ ਤੋੜਦੇ ਸਨ, ਔਰ ਸਤਿਗੁਰੂ ਜੀ ਕਹਿੰਦੇ ਸਨ ਭਾਈ ਘੜੇ ਟੁੱਟਦੇ ਨੇ, ਕੋਈ ਗੱਲ ਨਹੀਂ, ਮਸ਼ਕਾਂ ਦੇ ਵਿੱਚ ਪਾਣੀ ਭਰ ਲਿਓ। ਮਸ਼ਕਾਂ 'ਚ ਤੀਰ ਮਾਰਦੇ ਨੇ, ਗੁਰੂ ਸਾਹਿਬ ਜੀ ਕਹਿੰਦੇ ਨੇ ਗਾਗਰਾਂ 'ਚ ਭਰ ਲਿਓ। ਔਰ ਜਦੋਂ ਗਾਗਰਾਂ ਨੂੰ ਵੀ ਇੱਟਾਂ ਰੋੜੇ ਮਾਰ ਮਾਰ ਕੇ ਸਿਰ ਤੋਂ ਥੱਲੇ ਸੁੱਟਦੇ ਨੇ ਤੇ ਗੁਰੂ ਸਾਹਿਬ ਜੀ ਨੂੰ ਫਿਰ ਜਾ ਕੇ ਪੁਕਾਰ ਕੀਤੀ ਕਿ ਸਤਿਗੁਰੂ ਜੀ ਹੁਣ ਕੀ ਕਰੀਏ। ਔਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਤਾਂ ਕੁਝ ਨਹੀਂ ਬੋਲੇ, ਖਾਮੋਸ਼ ਰਹੇ, ਚੁੱਪ ਰਹੇ। ਔਰ ਉਸ ਚੁੱਪ ਦਾ ਫਲ ਉਹਨਾਂ ਸਿੱਖਾਂ ਨੂੰ ਮਿਲਿਆ ਸੀ ਕਿ ਸ਼ਾਹੀ ਫੌਜਾਂ ਨੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਨੌਜਵਾਨ ਸਨ ਉਹਨਾਂ ਨੂੰ ਫਾਂਸੀ ਦਿੱਤਾ, ਕਈਆਂ ਨੂੰ ਗੋਲੀ ਮਾਰੀ, ਸਾਰੇ ਉਹਨਾਂ ਦੇ ਘਰ ਬਾਰ ਜ਼ਬਤ ਕਰ ਲਏ। ਔਰ ਗੁਰੂ ਸਾਹਿਬ ਜੀ ਨੇ ਉਸ ਅਧਿਆਇ ਦੇ ਰਾਹੀਂ ਸਾਨੂੰ ਜਿਹੜਾ ਉਪਦੇਸ਼ ਦਿੱਤਾ ਸੀ, ਭਾਈ ਕੋਈ ਬੁਰਾ ਕਰੇ ਜਿੱਥੋਂ ਤੱਕ ਹੋ ਸਕੇ ਉਹਨੂੰ ਖਿਮਾ ਕਰੋ, ਕੋਈ ਬੁਰਾ ਕਰੇ ਜਿੱਥੋਂ ਤੱਕ ਹੋ ਸਕੇ ਉਹਦਾ ਭਲਾ ਹੀ ਮੰਗੋ, ਭਲਾ ਹੀ ਕਰੋ। ਅਗਲਾ ਅਧਿਆਇ ਸ਼ੁਰੂ ਕਰਦੇ ਹੋਏ ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਹੋ ਕਿ ਗੁਰੂ ਸਾਹਿਬ ਦੀ ਸ਼ਰਨ ਵਿੱਚ 3 ਸਿੱਖ ਆਏ ਕਿ ਜਿਨ੍ਹਾਂ ਦਾ ਨਾਮ ਭਾਈ ਲਾਲੂ ਹੈ, ਦੂਸਰਾ ਭਾਈ ਦੁਰਗਾ ਹੈ, ਇਹਨਾਂ ਦੇ ਨਾਲ ਤੀਸਰਾ ਭਾਈ ਜੀਵੰਦਾ ਹੈ। ਗੋਬਿੰਦਵਾਲ ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਏ ਨੇ। ਕਰ ਬੰਦਨ ਕੋ ਲਾਗੇ ਸੇਵਾ, ਇੱਕ ਦਿਨ ਬੈਠ ਨਿਕਟ ਗੁਰਦੇਵਾ। ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਨਮਸਕਾਰ ਕਰਨ ਤੋਂ ਬਾਅਦ ਸਤ ਸੰਗਤ ਕੀਤੀ, ਕੁਝ ਸਮਾਂ ਬੈਠੇ। ਕਈ ਦਿਨ ਗੁਰੂ ਘਰ ਦੇ ਵਿੱਚ ਰਹਿ ਕੇ ਇਹਨਾਂ ਤਿੰਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ। ਔਰ ਇੱਕ ਦਿਨ ਇਹਨਾਂ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਕਿ ਗੁਰੂ ਸਾਹਿਬ ਜੀ ਦੇ ਬਿਲਕੁਲ ਨੇੜੇ ਬੈਠਣ ਦਾ ਸਮਾਂ ਭਾਗਾਂ ਵਾਲੇ ਨੂੰ ਮਿਲਦਾ ਸੀ। ਸੰਗਤ ਜਾਂਦੀ ਸੀ ਕਿ ਬੈਠਣ ਦੇ ਥਾਂ ਵੀ ਨਹੀਂ ਸਨ ਮਿਲਦੀ, ਇੰਨੀ ਸੰਗਤ ਹੁੰਦੀ ਸੀ। ਪਰ ਇੱਕ ਦਿਨ ਇਹ ਤਿੰਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਗੁਰੂ ਸਾਹਿਬ ਦੇ ਕੋਲ ਬੈਠੇ ਨੇ।
इन्हां ने हथ जोड़ के उत्थे बेनती की। हाथ जोर अरदास बखानी, देह उपदेश अपने जन जानी। ये तिन्ने आपस में मित्र भी सन, इकट्ठे रहते सन और इकट्ठे ने अज हथ जोड़ के बेनती की। भाई लालू जी हथ जोड़ के कह रहे कि सतगुरु जी कृपा करो, तुहाडी शरण विच आए, अपना दास जान के, अपना सेवक जान के अज सानू कोई उपदेश दो कि इस भव सागर तो साडा भी पार उतारा हो जाए। जिस ते उधार, जिस ते हुए उधार हमारा, श्री गुर अमर सो बाप उचारा। जदों ये अरदास कहते सतगुरु जी कोई उपदेश दो, और गुरु का उपदेश लैण वास्ते बहुत विरले, बहुत थोड़े होते हैं। भीड़ भावें बड़ी लगती है, पर कोई ना कोई आपो अपनी कामना भावना कोई मंग लैके आता है, पर उपदेश लैण वास्ते थोड़े ने। और जिन्होंने उपदेश लैके कमाया है, फिर संसार रहिंदे संसार दे विच उन्हां दी शोभा नूं कोई मिटा नहीं सकिया। धन गुरु अमरदास सच्चे पातशाह ने कृपा की। हुण उत्थे भजन करते ने, समझाते हैं, पर उपकार समान न और, करहे सदा तिस गत सुख ठौर। सतगुरु कहते हैं भाई गुरु घर दे विच आके सेवा करते हो, चंगी गल है, सेवा करनी चाहिए। ये सेवा असल में जी गुरु घर दे विच करनी है, ये आके एक सिक्ख्या लैनी है। स्कूल दे विचों विद्यार्थी कुछ ना कुछ सीख के जाता है, फिर उन्होंने होमवर्क मिलता है, जे तो कर लवे तो चंगे नंबरों नाल पास होता है, तो जे बस गया तो जो कुछ किया उत्थे भी नहीं किया ध्यान दे नाल, तो फिर वो जेड़े पासे जाता सबनूं पता है। इस तरह का स्कूल है, सेवा करनी है, सेवा तो सिक्ख्या लैनी है। और सतगुरु जी कहते हैं सब तो वड्डी सेवा पता की पर उपकार। पर उपकार का अर्थ ये नहीं कि किसी की मदद कर देना तो फिर उन्होंने जिताई जाना सारी उम्र। पर उपकार का मतलब है कि जिन्नी हो सके किसी की मदद करे, ना जितावे तो ना ही अपने मन में रखे कि मैं किसी मदद किसी की की है। क्योंकि भावना इवें का अंदर बनाना ये गुरु की कृपा नाल बनता। और बाबा कबीर जी कहते हैं जदों बन जाए फिर परोपकार करके एको गल कहता है कि तेरा तुझको सौंपते क्या लागे मेरा। मेरा जदों है ही नहीं, तेरा ही से तेरा तेनू दे दिता, फिर अंदरों मैं खत्म होवेगी। परोपकार दे समान होर कोई सेवा नहीं। सो उपकार सो तीन प्रकारा, धरो आप तुम लग उरसारा। सतगुरु जी कहते हैं वो परोपकार किवें करना भाई, तीन तरीकों के नाल किया जा सकता है। किसी भी तरीके कर लो, तिना तरीकों के नाल कर लो। गुरु साहब जी कहते हैं ये तिने तरीके जिहड़े ने, धरो आप तुम लग उरसारा, चंगी तरह समझ के अपने हिरदे में इन्होंने धारण कर लो कि परोपकार करना तिना तरीकों में कोई भी वरत लो, तिने वरत लो। जेत के अपने टिक तनिया है, देहो रंक जो दुखिया न है। सतगुरु कहते हैं जे दसा नोहां की किरत कमाई दे विच रब ने बरकत पाई है, भाई तुहाडे कोल जे धन पदार्थ है, जेड़ा रंक है, जेड़ा गरीब है, जेड़ा दुखिया है, जेड़ा लोड़वंद है, फिर उनकी लोड़ जरूर पूरी करो, उन्होंने जरूर कुछ ना कुछ दो। क्योंकि इस गुरु साहब जी ने कहा सिलसिले में गुरु की गोलक तो यही है, गरीब का मूँह ही गुरु की गोलक है। और इस गोलक में पाया होया कदे भी व्यर्थ जाता नहीं। हुण ये गल तो समझ आ गई सतगुरु जी जे रुपया पैसा है उहदे कुछ ना कुछ दान कर सकीदा है, पर है औखा है भी। गुरु के सिख नूं दसवंध कढ़न नहीं कहा है। दसवंध का अर्थ आप जी समझे हो, 10वां हिस्सा। 10,000 कमाया तो 1000 रुपया गुरु के नाम से
ਕਿਸੇ ਲੋੜਵੰਦ ਨੂੰ, ਕਿਸੇ ਗਰੀਬ ਨੂੰ, ਕਿਸੇ ਗਰੂਬੇ ਨੂੰ ਦੇਵੇ, ਬੜਾ ਔਖਾ ਹੈ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਜੇ ਹੋ ਸਕੇ ਤੇ ਇਹ ਕੰਮ ਕਰੋ। ਰੁਪਈਆ ਹੈ, ਪੈਸਾ ਹੈ, ਦੁਖੀਆ ਵੇਖ ਕੇ, ਲੋੜਵੰਦ ਵੇਖ ਕੇ ਉਹਦੀ ਮਦਦ ਕਰੋ। ਪਿਕੋ ਗਰੀਬ ਅਨਾਥਨ ਜਹਾਂ, ਵਸਤਰ ਆਹਾਰ ਦੀਜੇ ਤਹਾਂ। ਤੇ ਉਹ ਸੇਵਾ ਧਨ ਨਾਲ ਕਿਵੇਂ ਕੀਤੀ ਜਾ ਸਕਦੀ? ਜਿੱਥੇ ਕਿਤੇ ਗਰੀਬ ਵੇਖੋ, ਜਿੱਥੇ ਕੋਈ ਅਨਾਥ ਦੇਖੋ, ਕਹਿੰਦਾ ਅੱਗੇ ਪਿੱਛੇ ਕੋਈ ਨਹੀਂ, ਕਿ ਉਹਨੂੰ ਕੱਪੜੇ ਲੈ ਦਿਓ, ਉਹਨੂੰ ਭੋਜਨ ਛਕਾ ਦਿਓ, ਉਹਦਾ ਕੋਈ ਨਾ ਕੋਈ ਇੰਤਜ਼ਾਮ ਕਰ ਲਓ ਕਿ ਉਹਨੂੰ ਆਉਣ ਵਾਲੇ ਸਮੇਂ 'ਚ ਉਹਦੀਆਂ ਲੋੜਾਂ ਜਿਹੜੀਆਂ ਪੂਰੀਆਂ ਹੋਣ। ਜੇ ਧਨ ਹੈ, ਜੇ ਰੁਪਈਆ ਪੈਸਾ ਹੈ। ਦੁੱਖੋ ਦੇਖੋ ਦੁਖੇ ਦਇਆ ਕੋ ਤਾਰੋ, ਜਥਾ ਸ਼ਕਤ ਤਹ ਦੁੱਖ ਨਿਵਾਰੋ। ਹੁਣ ਦੂਜਾ ਤਰੀਕਾ ਇਹ ਹੈ, ਜੇ ਧਨ ਕੋਲ ਨਾ ਹੋਵੇ, ਕਿ ਦੇਣ ਜੋਗਾ ਕੁਛ ਨਾ ਹੋਵੇ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਕੋਈ ਦੁਖੀ ਵੇਖ ਕੇ, ਮਜਬੂਰ ਵੇਖ ਕੇ ਕੋਈ ਉਹਦੇ 'ਤੇ ਦਇਆ ਜ਼ਰੂਰ ਕਰੋ। ਪੈਸਾ ਨਹੀਂ ਦੇ ਸਕਦੇ, ਰੁਪਈਆ ਕੋਲ ਨਹੀਂ, ਧਨ ਪਦਾਰਥ ਨਹੀਂ, ਤਾਂ ਉਹਦੇ 'ਤੇ ਦਇਆ ਜ਼ਰੂਰ ਕਰੋ। ਜਥਾ ਸ਼ਕਤ ਤੇ ਦੁੱਖ ਨਿਵਾਰੋ। ਜਥਾ ਸ਼ਕਤ ਜਿੰਨਾ ਵੀ ਤੁਹਾਡੇ ਕੋਲ ਹੋ ਸਕਦਾ ਹੈ, ਉਹਦੇ ਦੁੱਖ ਨੂੰ ਕੁਝ ਨਾ ਕੁਝ ਵੰਡਾਉਣ ਦਾ ਯਤਨ ਕਰੋ। ਬੋਲਾ ਕਰਕੇ ਵੰਡਾ ਲਓ, ਕੁਝ ਮਦਦ ਕਰ ਸਕਦੇ ਹੋ ਰੁਪਈਏ ਪੈਸੇ ਕਰਕੇ। ਜੇ ਦੁਖੀ ਹੈ, ਜੇ ਕਰ ਸਕਦੇ ਹੋ ਤਾਂ ਜ਼ਰੂਰ ਕਰੋ। ਨਿਜ ਪਾਣੀ ਤੇ ਸ਼ੁਭ ਬਣ ਆਵੇ, ਬਿਗੜਿਓ ਕਾਰਜ ਪਰ ਸੁਧਰਾਵੇ। ਹੁਣ ਇਹ ਦੂਜਾ ਤਰੀਕਾ ਦਇਆ ਕਰਨੀ। ਧਨ ਨਹੀਂ, ਰੁਪਈਆ ਪੈਸਾ ਨਹੀਂ, ਪਰ ਕਹਿੰਦੇ ਨਿਜ ਬਾਣੀ ਤੇ ਸ਼ੁਭ ਬਣ ਆਵੇ। ਕਈਆਂ ਦੀ ਬੋਲ ਬਾਣੀ ਬੜੀ ਮਿੱਠੀ ਹੁੰਦੀ, ਭਾਵੇਂ ਕੋਲ ਕੁਝ ਨਹੀਂ, ਕਿ ਇੰਨੀ ਮਿੱਠੀ ਹੁੰਦੀ ਕੋਈ ਵੀ ਉਹਦਾ ਕਹਿਆ ਹੋਇਆ ਬੋਲਦਾ ਹੀ ਨਹੀਂ। ਵੀ ਕਿਸੇ ਗਰੀਬ ਦਾ ਕੋਈ ਕੰਮ ਰੁਕਿਆ ਹੋਵੇ, ਤੁਹਾਡੇ ਕਹਿਣ ਕਰਕੇ ਕੋਈ ਕੰਮ ਹੋ ਜੇ, ਕੰਮ ਹੋਵੇ ਸਹੀ, ਤੇ ਭਾਵੇਂ ਆਪਣਾ ਕੰਮ ਵਿਗਾੜ ਕੇ ਤੁਹਾਨੂੰ ਨਾਲ ਜਾਣਾ ਪਵੇ, ਉਹਦਾ ਵਿਗੜਿਆ ਹੋਇਆ ਕਾਰਜ ਹੈ। ਜੇ ਤੁਹਾਡੇ ਬੋਲੀ ਕਰਕੇ, ਤੁਹਾਡੇ ਕਹਿਣ ਕਰਕੇ ਸੁਧਰਦਾ, ਤਾਂ ਉਹਦਾ ਜ਼ਰੂਰ ਮਦਦ ਕਰੋ। ਕਹਿ ਅਵਿਦਿਆ ਹੋਏ ਆਪਣੇ ਪਾਸ, ਅਪਰ ਪੜਾਵੇ ਤਰੇ ਹੁਲਾਸ। ਹੁਣ ਤੀਜੀ ਤਰ੍ਹਾਂ ਦਾ ਗੁਰੂ ਸਾਹਿਬ ਜੀ ਕਹਿੰਦੇ ਨੇ ਮਦਦ ਕਰਨ ਦਾ ਜਾਂ ਪਰਉਪਕਾਰ ਕਰਨ ਦਾ ਤਰੀਕਾ, ਕਿ ਕੋਈ ਵਿਦਿਆ ਤੁਹਾਡੇ ਕੋਲ ਹੋਵੇ। ਔਰ ਵਿਦਿਆ ਆਪ ਜੀ ਜਾਣਦੇ ਹੋ, ਕੋਈ ਇੱਕੋ ਤਰ੍ਹਾਂ ਦੀ ਨਹੀਂ। ਤੁਹਾਡੇ ਕੋਲ ਸਕੂਲੀ ਵਿਦਿਆ ਹੈ, ਕਿਸੇ ਨੂੰ ਪੜ੍ਹਾ ਦਿਓ। ਗਵਾਂਢੇ ਦਾ ਬੱਚਾ ਲੱਗਦਾ ਹੈ ਕਿ ਟਿਊਸ਼ਨ ਦੇਣ ਜੋਗੇ ਉਹਦੇ ਕੋਲ ਨਹੀਂ, ਉਹਨੂੰ ਫਰੀ ਪੜ੍ਹਾ ਦਿਓ। ਰੱਬ ਨੇ ਜੇ ਬੜਾ ਕੁਝ ਦਿੱਤਾ, ਜਿੱਥੋਂ ਤੱਕ ਹੋਏ ਉਹਨਾਂ ਨੂੰ ਪੜ੍ਹਾਓ। ਔਰ ਇਹ ਪੜ੍ਹਾਈ ਕਈ ਤਰ੍ਹਾਂ ਦੀ ਹੈ, ਇਕੱਲੀ ਸਕੂਲ ਦੀ ਨਹੀਂ। ਕਿਸੇ ਵੀ ਤਰ੍ਹਾਂ ਦੀ ਵਿਦਿਆ ਹੈ, ਕੋਈ ਕੰਮ ਕਰ ਤੂੰ ਜਾਣਨਾ ਹੈ, ਹੱਥੀਂ ਕਿਰਤ ਕਰਨੀ ਜਾਣਨਾ ਹੈ। ਤੈਨੂੰ ਪਤਾ ਕਿ ਗੁਆਂਢੇ ਕੋਈ ਜਾਣ ਪਛਾਣ ਦਾ ਹੋਵੇ, ਭਾਵੇਂ ਬੇਜਾਣ ਪਛਾਣ ਤੋਂ ਬਿਨਾਂ ਵੀ ਹੋਵੇ, ਵੀ ਜੇ ਇਹ ਕੰਮ ਇਹਨੂੰ ਵੀ ਸਿਖਾ ਦੇ, 4 ਪੈਸੇ ਵੀ ਕਮਾ ਲੈ। ਜੇ ਤੇਰੇ ਕੋਲ ਵਿਦਿਆ ਹੈ, ਕਿਸੇ ਧਰਮ ਗ੍ਰੰਥ ਨੂੰ ਤੂੰ ਜਾਣਨਾ ਹੈ, ਪੜ੍ਹ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਵਿਦਿਆ ਦਾ ਤਾਂ ਮਤਲਬ ਇਹਨੂੰ ਕੋਈ ਵੀ ਗੁਣ ਹੈ, ਭਾਈ ਉਹ ਗੁਣ ਕਿਸੇ ਨੂੰ ਦੇ ਦਿਓ, ਕਿਸੇ ਨੂੰ ਪੜ੍ਹਾ ਦਿਓ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਥੋਂ ਤੱਕ ਪਾਵਨ ਬਚਨ ਕਹੇ ਨੇ ਕਿ ਪਰਉਪਕਾਰ ਜਾਂ ਦਾਨ ਸ਼ਬਦ ਵਰਤ ਲਈਏ, ਇਸ ਤੋਂ ਵੱਡਾ ਪਰਉਪਕਾਰ ਤੇ ਇਸ ਤੋਂ ਵੱਡਾ ਦਾਨ ਕੋਈ ਨਹੀਂ। ਕਿਸੇ ਨੂੰ ਗੁਣ ਸਿਖਾ ਦੇਣਾ, ਵਿਦਿਆ ਸਿਖਾ ਦੇਣੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਪਾਵਨ ਬਚਨ ਸਭ ਨੂੰ ਚੇਤੇ ਹੈ। ਉਹ ਕਹਿੰਦੇ ਨੇ ਕਿ ਲੋਕ ਮੰਨਦੇ ਨੇ ਸੋਨਾ ਦਾਨ ਕਰਨ ਨਾਲ ਬੜਾ ਫਲ ਮਿਲਦਾ ਹੈ, ਔਰ ਸੋਨਾ ਇੱਕ ਮਾਸਾ ਵੀ ਦਾਨ ਕਰਨਾ ਬੜਾ ਔਖਾ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਉਹ ਕੋਈ 7, ਉੱਥੇ ਸ਼ਬਦ 7 ਵਰਤੇ। 7 ਦਾ ਅਰਥ ਗਿਣਤੀ ਵਾਲੇ 7 ਨਹੀਂ, ਸ਼ਤ 100। ਕੋਈ 100 ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦੇਗਾ, ਉਹਦਾ ਫਲ ਹੋ ਸਕਦਾ ਕੁਝ ਮਿਲੇ ਕਿ ਨਾ ਮਿਲੇ, ਪਰ ਗੁਰੂ ਕਾ ਸਿੱਖ, ਗੁਰੂ ਕੇ ਸਿੱਖ ਨੂੰ ਕੋਈ ਇੱਕ ਸ਼ਬਦ ਸਿਖਾ ਦੇਵੇ ਤੇ 100 ਸੋਨੇ ਦੇ ਦਾਨ ਕੀਤੇ ਉਹਨਾਂ ਮੰਦਰ ਨਾਲੋਂ ਕਿਤੇ ਵੱਧ ਕੇ ਫਲ ਮਿਲਦਾ ਹੈ। ਵੀ ਸਭ ਤੋਂ ਵੱਡੀ ਸੇਵਾ ਹੀ ਇਹ ਹੈ, ਵਿਦਿਆ ਦੀ ਸੇਵਾ, ਪਰਉਪਕਾਰ ਹੈ, ਜਿਹਨੂੰ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਜੈਸੇ 7 ਮੰਦਰ ਸੋਨੇ ਕੇ ਉਸਾਰ ਦਿਨੇ,
तैसा फल गुर सिख को शब्द सिखाएगा। हुण ये सब तो वड्डा परोपकार है भाई, किसी को शब्द किसी भी तरीके नाल सिखाया जाए, पढ़ना सिखाया जाए, उहदे विचार सिखाए जाए, वो हारमोनीयम ते गाउणा सिखाया जाए, बड़ा वड्डा परोपकार भाई साहब जी कहते हैं सब तो वड्डी सेवा है। पुन मानते सबको भल चाहे, बुरा करण हित कब न उमा है। जे कोल कोई गुण नहीं, विद्या नहीं कुछ सिखा सकते, रुपया पैसा नहीं, तो गुरु साहब जी कहते हैं परोपकार तुसीं भाई फिर भी कर सकते, दान फिर भी कर सकते। क्योंकि सानू तो दान की समझ इन्नी को लगी नहीं कि मावां की दाल गुरुद्वारे चढ़ाइए तो तां ही दान लगता है। वो किसी ब्राह्मण ने दसिया से उस तरह कर लग गए, मंदिर में नहीं तो गुरु घर में सब तो ज़्यादा चढ़ती मावां की दाल। खैर गुरु साहब जी कृपा करते हैं भाई कुछ नहीं, तुसीं दान फिर भी कर सकते। हुण सिख पुछते हैं, भाई लालो ने हाथ जोड़ के पूछे सतगुरु जी फिर किवें? गुरु साहब जी कहते हैं पुन मानते सबको भल चाहे मन करके, सब का भला चाहो, कहते जे रुपये की लोड़ तो नहीं, कुछ नहीं कर सकते, भला चाहो उनके वास्ते अरदास ही करते हो। बुरा करन हित कब ना उमा है, किसी का बुरा मन दे विच लियावे कदे ना, सोचण बारे बुरा करन बारे तो सोचे कदे। हुण सब का भला किवें कीता जाता है? भावें साडी अरदास है इत्थे संपूर्ण हुंदी कि सारिਆਂ ਦਾ भला जदों मंगिया जाता है, अरदास उदों पूरी है। नानक नाम चढ़दी कला तेरे भाणे सरबत दा भला। हुण गुरु साहब जी कहते हैं किसी का बुरा मन विच लै करन बिल्कुल आई, और गुरु की बाणी है, धन गुरु अर्जन देव जी सुखमणी साहब दे विच सानूं रोज़ कहते हैं, सतगुरु के पावन वचन ने पर का बुरा ना रखो चीत। सतगुरु धन गुरु ग्रंथ साहब ने कृपा की, जे ये चित्त विच कदे आवे ना तो गुरु साहब जी कहते हैं तुमको दुख नाही भाई मीत। ये बड़ा वड्डा परोपकार है। देखो बंदा जो दुखी होंदा ना, एक किते विचार करके एकांत विच बैठ के विचार करके देखो, दुख साडी जिंदगी विच बड़े आए होंगे, पर जदों बंदा दुखी होंदा अपने दुख के नालों ज़्यादा दुखी उदों होंदा जदों गुआंढी नूं सुख मिलता है। मान लो मेरे कोल कार नहीं, गड्डी नहीं, कोई दुख नहीं, पर जे नाल दे ने लैनी फिर दुखी होंदा कि हुण ते इस तों वड्डी लैनी है। इहदा मतलब अगले का बुरा चाहुंदा कि इहदे कोल क्यों आ गई, भावें मूँह तो वधाई भी दिंदा होवे। और गुरु साहब जी इत्थे मना करते हैं भाई किसी का बुरा नहीं चित्त विच लियाउणा, ये तो विचार भी नहीं करनी, सोचना भी नहीं, और बड़ा वड्डा परोपकार है। सतगुरु जी कहते हैं पुन मनते सबको भल चाहे, बुरा करण हित कब न उमा है। पास पदार्थ अर बच कहे। हुण ये दो तरह के तरीके ते एक कोल पदार्थ ने ते अर बच कहे, मुख तो कुछ बोलना होंदा है, मिठा बोल बोल के कईयों का बड़ा हो सकता है। अगे गुरु साहब जी कहते हैं तृतीय किसको बुरा ना चाहे। ये तीजी तरह का परोपकार है, किसी का बुरा चाहे ना, जितों तक होए उनका भला ही करे। और बाबा फरीद जी का पावन वचन आप कल साझा किया कि फरीदा बुरे का भला कर, है काम औखा। तो बाबा फरीद जी कहते हैं है बड़ा औखा, औखा नहीं बड़ा औखा है, पर करके वेख बड़ा कुछ मिलेगा। तो जो पूछिए की मिलेगा, तो बाबा फरीद जी कहते हैं भाई की नहीं मिलेगा, सारे कुछ मिलेगा। तू बुरे का भला करके तो वेख। फरीदा बुरे का भला कर, गुस्सा मानना हंडाए। कहते देही रोग न लगी, पल्ले सब कुछ पाए, सारा कुछ मिल जाएगा। हुण इत्थे गुरु साहब जी कहते हैं ये तीजी तरह का परोपकार है, भी किसी का बुरा चाही ना। इम तीनों ते पर उपकार,
ਕਰੋ ਸਦਾ ਪਰ ਦੁੱਖ ਨਿਰਵਾਰ। ਸਤਿਗੁਰੂ ਜੀ ਨੇ ਉਹਨਾਂ ਤਿੰਨਾਂ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ। ਤਿੰਨ ਤਰ੍ਹਾਂ ਦਾ ਪਰਉਪਕਾਰ ਦੱਸਿਆ ਭਾਈ, ਇਹਨੂੰ ਕਮਾਲੋ, ਇਹ ਪਰਉਪਕਾਰ ਕਰੋ ਪਰ ਦੁੱਖ ਨਿਵਾਰ। ਦੂਜਿਆਂ ਦੇ ਦੁੱਖ ਦੂਰ ਕਰਨ ਦਾ ਯਤਨ ਕਰੋ, ਤੁਹਾਡੇ ਦੁੱਖ ਆਪਣੇ ਆਪ ਹੀ ਦੂਰ ਹੋ ਜਾਣਗੇ। ਸਰਬ ਦਾਨ ਤੇ ਹੈ ਵਿਸਾਲਾ, ਅੰਨ ਦੇਣ ਕੀਜੇ ਸਭ ਕਾਲਾ। ਹੁਣ ਸਤਿਗੁਰੂ ਜੀ ਨੇ ਤਿੰਨ ਤਰ੍ਹਾਂ ਦੇ ਇੱਥੇ ਦਾਨ ਪਰਉਪਕਾਰ ਦੱਸੇ। ਜੇ ਦਾਨ ਕਰਨਾ ਹੋਵੇ ਤੇ ਕਹਿੰਦੇ ਸਭ ਤੋਂ ਚੰਗਾ ਦਾਨ ਹੈ ਅੰਨ ਦੇਣ ਕੀਜੇ ਸਭ ਕਾਲਾ। ਜਿੰਨਾ ਹੋ ਸਕੇ ਅੰਨ ਜਿਹੜਾ ਹੈ ਉਹ ਦਾਨ ਕਰੋ, ਅਨਾਜ ਦਾਨ ਕਰੋ। ਜਿਸ ਤੇ ਪ੍ਰਾਣ ਧਰਤ ਹੈ ਪ੍ਰਾਣੀ, ਅਪਰ ਹੋਏ ਕਿਮ ਤਾਹੇ ਸਮਾਨੀ। ਕਿਉਂਕਿ ਅਸਲ ਵਿੱਚ ਸਭ ਤੋਂ ਮੁੱਢਲੀ ਲੋੜ ਤਾਂ ਬੰਦੇ ਦੀ ਅਨਾਜ ਹੀ ਹੈ ਨਾ, ਅੰਨ ਹੈ, ਜਿਹਦੇ ਕਰਕੇ ਪ੍ਰਾਣ ਚੱਲਦੇ ਨੇ। ਔਰ ਜੇ ਦੇਖੋ ਕਿ ਬਿਲਕੁਲ ਇਹਦੇ ਕੋਲ ਨਹੀਂ ਕੁਝ ਖਾਣ ਜੋਗਾ, ਉਹਨੂੰ ਜਿੰਨਾ ਹੋ ਸਕੇ ਅਨਾਜ ਉਹ ਦਾਨ ਕਰੋ। ਕਾਚੋ ਪਾਕੋ ਜਿਉ ਕਿਉ ਦੀਜੈ, ਸ਼ੁੱਧਤ ਦੇਖ ਕਰ ਨਾਹ ਨ ਕੀਜੈ। ਸਤਿਗੁਰੂ ਕਹਿੰਦੇ ਨੇ ਭਾਈ ਕੋਈ ਭੁੱਖਾ ਵੇਖ ਲਓ, ਤੁਹਾਡੇ ਦਰ ਤੇ ਆ ਜੇ, ਤੁਸੀਂ ਕਿਤੇ ਚਲੇ ਜਾਓ ਭੁੱਖਾ ਵੇਖ ਲਓ, ਉਹਨੂੰ ਕਿਸੇ ਵੀ ਤਰੀਕੇ ਨਾ ਨਹੀਂ ਕਹਿਣੀ, ਭੁੱਖੇ ਨੂੰ ਨਾ ਨਹੀਂ ਕਹਿਣੀ। ਜੇ ਬਣਾ ਕੇ ਨਹੀਂ ਛਕਾ ਸਕਦੇ, ਕੱਚਾ ਪੱਕਾ ਜਿਵੇਂ ਦਾ ਮਰਜ਼ੀ ਦਾਨ ਕਰੋ, ਉਹਨੂੰ ਦਿਓ ਜ਼ਰੂਰ, ਬਣਾ ਤੇ ਆਪ ਵੀ ਲਏਗਾ, ਪਰ ਭੁੱਖੇ ਨੂੰ ਵੇਖ ਕੇ ਨਾ ਨਹੀਂ ਕਹਿਣੀ। ਜਿਸ ਕਿਸ ਸਮੇਂ ਸਾਂਝ ਕੈ ਪ੍ਰਾਤ, ਬਿਨਾ ਵਿਚਾਰੇ ਭੋਜਨ ਦਾਤ। ਹੁਣ ਭੋਜਨ ਕੋਈ ਮੰਗਦਾ ਹੋਵੇ, ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਸਮਾਂ ਭਾਵੇਂ ਕੋਈ ਵੀ ਹੋਵੇ, ਬੇਸ਼ੱਕ ਸ਼ਾਮ ਹੋਵੇ, ਸਵੇਰਾ ਹੋਵੇ, ਰਾਤ ਹੋਵੇ, ਕਹਿੰਦੇ ਵਿਚਾਰ ਨਹੀਂ ਕਰਨੇ, ਵਿਚਾਰ ਕੀਤੇ ਤੋਂ ਬਿਨਾਂ ਭੋਜਨ ਜ਼ਰੂਰ ਦੇਣਾ ਹੈ। ਉਰੇ ਤੇ ਭਾਵੇਂ ਹੁਣ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਨੇ ਕਿ ਹੁਣ ਟਾਈਮ ਲੰਘ ਗਿਆ ਹੈ, ਹੁਣ ਲੰਗਰ ਦਾ ਟਾਈਮ ਥੋੜ੍ਹੀ ਹੈ, ਪਰ ਗੁਰੂ ਸਾਹਿਬ ਦਾ ਉਪਦੇਸ਼ ਹੈ ਭਾਈ ਕੋਈ ਜੇ ਭੁੱਖਾ ਲੋੜਵੰਦ ਆ ਜਾਏ, ਅੱਧੀ ਰਾਤ ਆ ਜਾਏ, ਸਵੇਰੇ ਆ ਜਾਏ, ਸ਼ਾਮ ਆ ਜਾਏ, ਭੋਜਨ ਨੂੰ ਜ਼ਰੂਰ ਦੇਣਾ। ਬਣਿਆ ਹੋਏ ਨੇ ਤੇ ਕੱਚਾ ਹੀ ਦੇ ਦੇ। ਊਚ ਨੀਚ ਨੈ ਪਰਖੋ ਜਾਤੇ, ਦੇ ਕਰ ਅੰਨ ਕਰੋ ਤ੍ਰਿਪਤਾਤੇ। ਜੇ ਕੋਈ ਭੁੱਖਾ ਆ ਜਾਏ ਤੇ ਕਿਸੇ ਤਰ੍ਹਾਂ ਦੇ ਵਿਚਾਰ ਨਾ ਕਰੋ ਇਹ ਉੱਚੀ ਜਾਤ ਦਾ ਹੈ, ਨੀਵੀਂ ਜਾਤ ਦਾ ਹੈ, ਇਹਨੇ ਨਸ਼ਾ ਕੀਤਾ ਹੈ, ਇਹ ਨਸ਼ੇੜੀ ਹੈ, ਕਿ ਇਹ ਕਿਵੇਂ ਦਾ ਹੈ। ਕਿਉਂਕਿ ਭੁੱਖਾ ਆਇਆ, ਉਹਨੂੰ ਭੁੱਖ ਦੀ ਅਨਾਜ ਦੀ ਲੋੜ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਉਹਦੇ ਉਦੋਂ ਗੁਣ ਅਵਗੁਣ ਨਾ ਦੇਖੋ, ਉਹਨੂੰ ਜ਼ਰੂਰ ਰਜਾਓ, ਜ਼ਰੂਰ ਭੁੱਖੇ ਨੂੰ ਦਿਓ। ਸ੍ਰੀ ਗੁਰ ਅਮਰਦਾਸ ਕੇ ਬਾਣੀ, ਸ਼ਰਧਾ ਧਰ ਔਰ ਤਿੰਨੋਂ ਮਾਨੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਗੁਰੂ ਕੇ ਸਿੱਖਾਂ ਨੇ ਸ਼ਰਧਾ ਦੇ ਨਾਲ ਔਰ ਬੜੇ ਧਿਆਨ ਦੇ ਨਾਲ ਸੁਣੇ, ਤੇ ਇਕੱਲੇ ਸੁਣੇ ਨਹੀਂ, ਹਿਰਦੇ ਵਿੱਚ ਪੱਕੇ ਤਰ੍ਹਾਂ ਧਾਰਨ ਕਰ ਲਿਆ, ਉਹਨਾਂ ਬਚਨਾਂ ਨੂੰ ਮੰਨਿਆ, ਫਿਰ ਉਸੇ ਤਰ੍ਹਾਂ ਕਮਾਏ ਵੀ। ਤੇਨ ਬਿਦਨ ਕਿਨ ਸੁਪਕਾਰਾ, ਦੇਤ ਸ਼ੁੱਧਤ ਕੋ ਅਧਿਕ ਆਹਾਰਾ। ਕਿਉਂਕਿ ਕਿਰਤ ਕਰਦੇ ਸਨ, ਰੁਪਈਆ ਪੈਸਾ ਤਿੰਨਾਂ ਕੋਲ ਹੀ ਸੀ, ਔਰ ਇਹਨਾਂ ਤਿੰਨਾਂ ਨੇ ਤਿੰਨਾਂ ਹੀ ਤਰੀਕਿਆਂ ਦੇ ਨਾਲ ਫਿਰ ਉਸ ਤੋਂ ਬਾਅਦ ਪਰਉਪਕਾਰ ਕੀਤਾ। ਲੋੜਵੰਦ ਨੂੰ, ਭੁੱਖੇ ਨੂੰ ਪ੍ਰਸ਼ਾਦਾ ਦਿੰਦੇ ਸਨ, ਭੋਜਨ ਦਿੰਦੇ ਸਨ, ਲੋੜਵੰਦ ਨੂੰ ਰੁਪਈਆ ਪੈਸਾ ਵੀ ਦਿੰਦੇ ਸਨ, ਵਸਤਰ ਵੀ ਦਿੰਦੇ ਸਨ। ਗੁਰ ਕੇ ਸਿੱਖ ਭਏ ਇਸ ਰੀਤ, ਆਵੇ ਦਰਸ਼ਨ ਕੋ ਧਰ ਪ੍ਰੇਤ। ਕਹਿੰਦੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਦੇ ਉਸ ਸਮੇਂ ਇਸੇ ਤਰ੍ਹਾਂ ਗੁਰੂ ਦੇ ਸਿੱਖ ਬਣਦੇ ਰਹੇ। ਸਿੱਖ ਹੁੰਦੇ ਨੇ, ਭਾਵਨਾ ਦੇ ਨਾਲ ਹੁੰਦੇ ਨੇ, ਉਪਦੇਸ਼ ਲੈਂਦੇ ਨੇ, ਬੜੇ ਦਰਸ਼ਨ ਕਰਕੇ ਅੰਦਰ ਪਿਆਰ ਪੈਦਾ ਹੁੰਦਾ, ਸਿੱਖੀ ਨੂੰ ਧਾਰਨ ਕਰਦੇ ਨੇ। ਸੇਵਤ ਰਹੇ ਭਗਤ ਕੋ ਪਾਏ, ਅੰਤ ਗੁਰੂ ਟਿਕ ਪਹੁੰਚੇ ਜਾਏ। ਔਰ 1 2 3 ਨਹੀਂ, ਅਨੇਕਾਂ ਸਿੱਖ ਹੁੰਦੇ ਸਨ ਜਿਹੜੇ ਗੁਰੂ ਸਾਹਿਬ ਦਾ ਸਿਮਰਨ ਕਰਦੇ ਰਹਿੰਦੇ ਸਨ। ਜਿਉਂਦਿਆਂ ਜੀ ਸਰੀਰ ਵਿੱਚ ਰਹਿ ਕੇ ਗੁਰੂ ਦੀ ਸੇਵਾ ਕੀਤੀ, ਔਰ ਸਰੀਰ ਛੱਡਣ ਤੋਂ ਬਾਅਦ ਵੀ ਗੁਰੂ ਚਰਨਾਂ ਵਿੱਚ ਜਾ ਕੇ ਸਮਾ ਗਏ। ਜੱਗਾ ਸਤਿਗੁਰੂ ਭੇਟ ਗਿਆਇਓ, ਕਰ ਦਰਸ਼ਨ ਕੋ ਸੀਸ ਨਵਾਇਓ।
ਇਸੇ ਤਰ੍ਹਾਂ ਇੱਕ ਸਿੱਖ ਹੋਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ, ਜਿਹਦਾ ਨਾਮ ਭਾਈ ਜੱਗਾ ਹੈ। ਲੰਗਰ ਦੇ ਵਿੱਚੋਂ ਬੈਠ ਕੇ ਪ੍ਰਸ਼ਾਦਾ ਛਕਿਆ, ਸਤਿਗੁਰੂ ਦੇ ਦਰਸ਼ਨ ਕੀਤੇ, ਸਿਰ ਝੁਕਾਇਆ ਹੈ। ਸਿੱਖ ਗੁਰ ਕੇ ਗਣ ਦੇਖ ਹੁਲਾਸਾ, ਹਾਥ ਜੋੜ ਕਰ ਬਾਗ ਪ੍ਰਕਾਸ਼ਾ। ਇਹ ਭਾਈ ਜੱਗਾ ਪਹਿਲੀ ਵਾਰੀ ਆਇਆ ਹੈ ਔਰ ਗੁਰੂ ਕੀ ਸੰਗਤ ਵੇਖ ਕੇ, ਗੁਰੂ ਕੇ ਇੰਨੇ ਸਿੱਖ ਵੇਖ ਕੇ ਇਹ ਬੜਾ ਪ੍ਰਸੰਨ ਹੋਇਆ ਤੇ ਖੁਸ਼ ਹੁੰਦਾ ਹੋਇਆ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਦੋਵੇਂ ਹੱਥ ਜੋੜ ਕੇ ਖਲੋ ਗਿਆ ਤੇ ਬੇਨਤੀ ਕਰਕੇ ਕਹਿਣ ਲੱਗਿਆ, ਮੈਂ ਚਾਹਤ ਆਪਣੀ ਕਲਿਆਣ, ਮਿਲਿਓ ਇੱਕ ਦਿਨ ਜੋਗੀ ਆਣ। ਹੁਣੇ ਭਾਈ ਜੱਗਾ ਕਹਿੰਦਾ, ਸਤਿਗੁਰੂ ਜੀ ਮੈਂ ਵੀ ਚਾਹੁੰਦਾ ਹਾਂ ਕਿ ਮੇਰੇ ਇਸ ਜੀਵਨ ਦੀ ਕਲਿਆਣ ਹੋਵੇ। ਇਹ ਮਨੁੱਖਾ ਜੀਵਨ ਮਿਲਿਆ, ਇਸ ਜੀਵਨ ਵਿੱਚ ਰਹਿ ਕੇ ਆਪਣੀ ਕਲਿਆਣ ਕਰ ਸਕਾਂ, ਰੱਬ ਦੇ ਰਸਤੇ ਚੱਲਣਾ ਚਾਹੁੰਦਾ ਹਾਂ। ਇੱਕ ਦਿਨ ਮੈਨੂੰ ਇੱਕ ਜੋਗੀ ਮਿਲਿਆ, ਮੈਂ ਜੋਗੀ ਨੂੰ ਪੁੱਛਿਆ, ਜੋਗੀ ਦੇ ਕੋਲ ਗਿਆ, ਤਿਸ ਆਗੇ ਮੈਂ ਬਿਨੇ ਸੁਣਾਏ, ਤਬ ਐਸੇ ਭਾਖਿਓ ਮੁਝ ਤਾਈ। ਮੈਂ ਉਸ ਜੋਗੀ ਨੂੰ ਆਪਣੇ ਅੰਦਰ ਦੀ ਗੱਲ ਦੱਸੀ ਕਿ ਮੈਂ ਆਪਣਾ ਕਲਿਆਣ ਚਾਹੁੰਦਾ ਹਾਂ, ਸਿਮਰਨ ਚਾਹੁੰਦਾ ਹਾਂ, ਪ੍ਰਭੂ ਦੇ ਨਾਲ ਮਿਲਣਾ ਚਾਹੁੰਦਾ ਹਾਂ। ਤੇ ਕਹਿੰਦੇ ਉਸ ਜੋਗੀ ਨੇ ਮੈਨੂੰ ਇਸ ਤਰ੍ਹਾਂ ਕਿਹਾ, ਘਰ ਕੁਟੰਬ ਸਣ ਬੰਦੇ ਸਾਰੇ, ਬੰਧਨ ਰੂਪ ਸੋ ਲਿਹੋ ਵਿਚਾਰੇ। ਕਹਿੰਦੇ ਜੋਗੀ ਨੇ ਸਭ ਤੋਂ ਪਹਿਲੀ ਗੱਲ ਇਹ ਕਿ ਜਿਹੜਾ ਤੇਰਾ ਘਰ ਹੈ, ਪਰਿਵਾਰ ਹੈ, ਤੇਰੇ ਸਾਕ ਸੰਬੰਧੀ ਨੇ, ਧੀਆਂ ਪੁੱਤਰ ਨੇ, ਇਹਨਾਂ ਨੇ ਤਾਂ ਤੈਨੂੰ ਬੰਧਨ ਪਾਇਆ ਹੈ, ਬੰਨ੍ਹ ਕੇ ਰੱਖਿਆ ਹੈ। ਬਸ ਮਨ ਵਿੱਚ ਇਹ ਗੱਲ ਚੰਗੀ ਤਰ੍ਹਾਂ ਵਿਚਾਰਨਾ ਕਿ ਇਹ ਸਾਰਾ ਜੰਜਾਲ ਹੈ, ਇਸ ਜੰਜਾਲ ਵਿੱਚ ਤੂੰ ਫਸਿਆ ਪਿਆ, ਰੱਬ ਨੂੰ ਕਿੱਥੋਂ ਮਿਲੇਗਾ। ਤਿਆਗ ਕਰੋ ਅਬ ਬਣੋ ਫਕੀਰ, ਪੁੰਨ ਆਵੋ ਚੱਲ ਹਮਰੇ ਤੀਰ। ਕਿਉਂਕਿ ਇਹ ਜਿਹੜੇ ਜੋਗੀ ਨੇ ਇਹ ਗ੍ਰਸਤੀ ਨੂੰ ਜੰਜਾਲ ਹੀ ਕਹਿੰਦੇ ਨੇ, ਮੁਸੀਬਤ ਹੀ ਕਹਿੰਦੇ ਨੇ, ਔਰ ਮੁਸੀਬਤ ਨੂੰ ਖਹਿੜਾ ਛਡਾਉਣ ਵਾਸਤੇ ਫਿਰ ਭੱਜ ਜਾਂਦੇ ਨੇ। ਹੁਣ ਦੇਖੋ ਜੇ ਵਿਚਾਰ ਕਰਕੇ ਦੇਖੋ, ਹੈ ਤੇ ਮੁਸੀਬਤ ਹੀ, ਕਿਉਂਕਿ ਕਿਰਤ ਕਰਨੀ ਪੈਂਦੀ ਹੈ, 5-4 ਜੀਆਂ ਨੂੰ ਪਾਲਣਾ, ਕਮਾਈ ਕਰਨੀ ਪੈਂਦੀ, ਮਿਹਨਤ ਕਰਨੀ ਪੈਂਦੀ ਹੈ। ਉਹ ਭੇਖ ਧਾਰਨ ਕਰਕੇ ਲੋਕਾਂ ਦੇ ਘਰੋਂ ਜਾ ਕੇ ਮੰਗ ਕੇ ਖਾ ਲੈਣਾ ਤਾਂ ਸੌਖਾ ਹੈ, ਪਰ ਇੰਨੇ ਜਾਣਿਆਂ ਨੂੰ ਨਾਲ ਪਾਲਣਾ ਹੈ ਤੇ ਕੰਮ ਔਖਾ ਹੀ। ਬਸ ਉਹ ਨਾ ਕਰਨ ਕਰਕੇ ਇੱਥੋਂ ਭਗੌੜੇ ਹੋ ਕੇ ਬਣ ਜਾਂਦੇ ਨੇ ਜੋਗੀ। ਔਰ ਨਾਲੇ ਕਹਿੰਦੇ ਨੇ ਕਿ ਉਹ ਭਾਈ ਜੱਗੇ ਨੂੰ ਕਹਿੰਦਾ ਕਿ ਸਾਰਾ ਮੁਸੀਬਤ ਦੀ ਜੜ ਹੀ ਪਰਿਵਾਰ ਹੈ, ਗ੍ਰਸਤੀ ਹੈ, ਇਹਨੂੰ ਛੱਡ ਦੇ। ਸ਼੍ਰੇ ਹੇਤ ਲਿਹੋ ਬਮ ਉਪਦੇਸ਼, ਸ਼ੋਰੋ ਘਰ ਕੋ ਸਹਿਤ ਕਲੇਸ਼। ਕਹਿੰਦੇ ਜੋਗੇ ਨੇ ਕਿਹਾ ਇਹ ਘਰ ਪਰਿਵਾਰ ਸਾਰਾ ਕਲੇਸ਼ ਹੀ ਹੈ, ਮੇਰਾ ਕਲੇਸ਼ ਹੈ, ਮੁਸੀਬਤ ਹੈ। ਇਹ ਕਲੇਸ਼ ਦਾ ਪਿੱਛਾ ਛੱਡ, ਸਭ ਕੁਝ ਛੱਡ ਦੇ। ਜੇ ਸਭ ਕੁਝ ਛੱਡਣਾ, ਆਪਣਾ ਕਲਿਆਣ ਚਾਹੁੰਦਾ, ਸਭ ਕੁਝ ਛੱਡ ਕੇ ਫਿਰ ਮੇਰਾ ਉਪਦੇਸ਼ ਲੈ, ਫਿਰ ਮੈਂ ਉਪਦੇਸ਼ ਦਿਆਂਗਾ। ਰਾਵਰ ਨਿਕਟ ਚਾਹੋ ਮੈਂ ਪੁੱਛਾ, ਕਿਮ ਹੋਏ ਸ਼੍ਰੇ ਬਣੇ ਅਰ ਸ਼ੁਸ਼ਾ। ਕਿਉਂਕਿ ਕਿਸੇ ਨੇ ਕਹਿ ਦਿੱਤਾ ਤੇ ਉਸੇ ਵੇਲੇ ਇੱਕੋ ਵਾਰੀ ਘਰ ਪਰਿਵਾਰ ਸਾਰਾ ਕੁਝ ਛੱਡ ਦੇਣਾ ਕਿਤੇ ਸੌਖਾ ਗੱਲ ਹੈ ਕਿ ਸਤਿਗੁਰੂ ਜੀ ਜੋਗੀ ਤੋਂ ਸੁਣ ਕੇ ਤੇ ਮੈਂ ਵਾਪਸ ਆ ਗਿਆ, ਪਰ ਆਪ ਜੀ ਦਾ ਬੜਾ ਨਾਮ ਸੁਣਿਆ, ਇਸ ਕਰਕੇ ਆਪ ਜੀ ਦੇ ਦਰਸ਼ਨ ਕਰਨ ਆਇਆ, ਆਪ ਜੀ ਤੋਂ ਪੁੱਛਣ ਆਇਆ ਕਿ ਇਸ ਜੀਵਨ ਦਾ ਕਲਿਆਣ ਕਿਵੇਂ ਹੋਵੇ, ਕੀ ਘਰ ਪਰਿਵਾਰ ਛੱਡਦੇ ਆ। ਕਿਮ ਪ੍ਰਾਪਤ ਹੋਏ ਭਗਤ ਮਹਾਨੀ, ਜਿਸ ਤੇ ਪ੍ਰਾਪਤ ਪ੍ਰਭ ਨਿਰਪਾਡੇ। ਸਤਿਗੁਰੂ ਜੀ ਕਿਵੇਂ ਪ੍ਰਾਪਤੀ ਹੋਏ ਭਗਤੀ ਦੀ, ਕਿਵੇਂ ਭਗਤੀ ਕਰ ਸਕੀਏ ਕਿ ਜਿਹਦੇ ਨਾਲ ਉਹ ਨਿਰਵਾਣ ਪ੍ਰਭੂ ਪਰਮਾਤਮਾ ਦੇ ਨਾਲ ਮਿਲ ਸਕੀਏ। ਸ਼ਰਧਾ ਜਾਣ ਗੁਰੂ ਬਚ ਭਾਖਾ, ਕਰ ਤਿਆਗਣ ਕੇ ਨਹਿ ਕਰ ਕਾਂਖਾ। ਸਤਿਗੁਰੂ ਜੀ ਨੇ ਭਾਈ ਜੱਗੇ ਦੀ ਸ਼ਰਧਾ ਵੇਖੀ, ਵਿਸ਼ਵਾਸ ਦੇਖਿਆ ਕਿ ਇਹ ਰੱਬ ਦੇ ਰਾਹ 'ਤੇ ਚੱਲਣ ਵਾਲਾ ਹੈ। ਸਤਿਗੁਰੂ ਜੀ ਕਹਿੰਦੇ ਨੇ ਭਾਈ ਜੱਗਾ, ਸਭ ਤੋਂ ਪਹਿਲਾਂ ਤਾਂ ਜੋ ਕੁਝ ਜੋਗੀ ਨੇ ਕਿਹਾ ਉਹਨੂੰ ਭੁੱਲ ਜਾ। ਘਰ ਪਰਿਵਾਰ ਬਿਲਕੁਲ ਛੱਡਣਾ ਨਹੀਂ, ਇੱਕ ਤੇ ਸੋਚਣਾ ਨਹੀਂ। ਘਰ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣਾ, ਜੇ ਗ੍ਰਸਤੀ ਧਾਰਨ ਕੀਤੇ ਤਾਂ ਤੇਰਾ ਸਭ ਤੋਂ ਪਹਿਲਾ ਧਰਮ ਹੈ
अपनी जिम्मेवारियों पूरी तरह निभा। जे घर तजे मिले भगवान, क्यों फकीर पुर नहियाण। सतगुर कहते हैं भाई जग्या तेनों चाहिए सी उस वे उस फकीर नूं पुछदा जोगी कि जे गृहस्थी छड्ड के घर छड्ड के परिवार छड्ड के रब मिलता है तो तुसीं घर घर विच जाके गली गली विच जाके नगर नगर विच जाके मंगते को फिरदे हो। ਜਿਹੜੇ ਗ੍ਰਸਤੀ ਨੂੰ ਛੱਡ ਕੇ ਭੱਜੋ, ਜਿਹਨੂੰ ਕਲੇਸ਼ ਤੇ ਮੁਸੀਬਤ ਦੱਸਦੇ ਹੋ, ਉਹਨਾਂ ਗ੍ਰਸਤੀਆਂ ਘਰਾਂ ਵਿੱਚੋਂ ਜਾ ਕੇ ਕਿਉਂ ਮੰਗਦੇ ਹੋ? ਤੁਹਾਨੂੰ ਰੱਬ ਮਿਲ ਗਿਆ ਹੈ। ਹਾਟਣ ਪਾਰ ਬਣਕਣ ਸੋ ਝਗਰੇ, ਜਾਚਤ ਡੋਲਤ ਬਾਸਰ ਸਗਰੇ। ਸਤਿਗੁਰੂ ਕਹਿੰਦੇ ਨੇ ਭਾਈ ਜੱਗੇ ਇਹਨਾਂ ਨੂੰ ਵੇਖਿਆ ਨਾ ਦੁਕਾਨਾਂ ਤੇ ਜਾ ਕੇ ਬਾਣੀਆਂ ਨਾਲ ਝਗੜਦੇ ਨੇ ਕਿ ਬਾਣੀਏ ਵੀ ਕੀ ਕਰਨ, ਇੱਕ ਆਇਆ ਦੂਜਾ ਆਇਆ ਤੀਜਾ ਆਇਆ, ਫਿਰ ਉਹ ਵੀ ਕਹਿੰਦੇ ਨੇ ਚੱਲ ਲੰਘ ਜਾ ਕੇ ਉੱਥੇ ਅੜ ਕੇ ਮੰਗਦੇ ਨੇ ਕੁਝ ਨਾ ਕੁਝ ਦਿੰਦੇ। ਜਿਨ੍ਹਾਂ ਨੂੰ ਛੱਡ ਕੇ ਗਿਆ ਉਹਨਾਂ ਦੇ ਘਰਾਂ ਦੇ ਵਿੱਚੋਂ ਫਿਰ ਮੰਗਦਾ ਹੈ। ਅਸਲ ਵਿੱਚ ਮੁਸੀਬਤ ਤੇ ਇਹਨਾਂ ਨੂੰ ਸਮਝ ਲੱਗਦੀ ਕਿ ਕੰਮ ਕਰਨਾ ਪੈਣਾ ਸੀ, ਘਰ ਪਰਿਵਾਰ ਪਾਲਣਾ ਪੈਣਾ ਸੀ। ਛੱਡੋ ਇਸ ਕਲੇਸ਼ ਨੂੰ, ਨਿਕਲੋ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਕਹੇ ਨੇ, ਪੂਵਰ ਤਾਪ ਗੇਰੇ ਕੇ ਬਸਤਰਾ। ਪੂਵਰ ਦਾ ਅਰਥ ਹੁੰਦਾ ਧੂਣੀਆਂ ਦਿਖਾਉਣ ਵਾਲੇ। ਇਹ ਗੇਰਵੇ ਰੰਗ ਤੇ ਪਾ ਕੇ ਕੱਪੜੇ ਜਿਹੜੇ ਧੂਣੀਆਂ ਦਿਖਾਈ ਫਿਰਦੇ ਨੇ ਨਾ। ਪੂਵਰ ਤਾਪ ਗੇਰੇ ਕੇ ਬਸਤਰਾ, ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਇਹ ਤੇ ਬਿਪਤਾ ਦਾ ਮਾਰਿਆ ਘਰ ਛੱਡ ਕੇ ਭੱਜ ਗਿਆ ਕਿ ਮੇਰੇ ਤੋਂ ਨਹੀਂ ਹੁੰਦਾ, ਮੇਰੇ ਤੋਂ ਕਿਰਤ ਨਹੀਂ ਹੁੰਦੀ। ਔਰ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਭ ਤੋਂ ਪਹਿਲਾ ਉਪਦੇਸ਼ ਹੈ ਭਈ ਕਿਰਤ ਕਰੋ, ਵੰਡ ਛਕੋ, ਫਿਰ ਕਿਹਾ ਨਾਮ ਜਪੋ। ਔਰ ਜਿੰਨਾ ਨਾਮ ਕਿਰਤੇ ਜਪ ਸਕਦਾ ਇੰਨਾ ਵਿਹਲੜ ਬੰਦਾ ਨਹੀਂ ਜੀ ਜਪ ਸਕਦਾ। ਕਦੇ ਵਿਚਾਰ ਕਰਕੇ ਦੇਖ ਲਿਓ। ਕੋਈ ਸਮਾਂ ਸੀ ਜਦੋਂ ਹੁਣ ਤੇ ਮਸ਼ੀਨਰੀ ਆ ਗਈ, ਜਿਹਨੇ ਹਲ ਜੋਤਣਾ ਸਵੇਰੇ ਤੜਕੇ 3 ਵਜੇ ਉੱਠਦਾ ਹੈ, ਗੁਰੂ ਕਰਦੇ ਉੱਠਦਾ, ਕਿੱਲਾ ਵਾਹ ਵੀ ਹੁੰਦਾ ਹੈ। ਉਹ ਗੁਰੂ ਕਰਦੇ ਕਿੱਲਾ ਵੀ ਵਾਹ ਹੁੰਦਾ, ਬੋਲਦਾ ਬੇਸ਼ੱਕ ਨਾ ਹੋਵੇ, ਪਰ ਜਿੰਨਾ ਨਾਮ ਕਿਰਤੇ ਕਰ ਸਕਦਾ, ਕੰਮ ਕਰਦਿਆਂ ਜਪ ਸਕਦਾ, ਉਹਨਾਂ ਵਿਹਲਾ ਬੈਠ ਕੇ ਕਦੇ ਕੋਈ ਜਪ ਨਹੀਂ ਸਕਦਾ। ਉੱਥੇ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨਾ ਜੋਗੀਆਂ ਦੇ ਵਾਸਤੇ ਕਿ ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ਼ ਛੋੜ ਪਰਦੇਸੇ ਧਾਇਆ। ਆਪਣਾ ਦੇਸ਼ ਛੱਡ ਕੇ ਹੋਰ ਪ੍ਰਦੇਸ਼ਾਂ ਦੇ ਵਿੱਚ ਪਹੁੰਚ ਗਿਆ, ਭੱਜ ਗਿਆ ਬੜੀ ਦੂਰ। ਨਾ ਕੋਈ ਪਰਿਵਾਰ ਤਾਂ ਮਿਲੇ, ਨਾ ਮੋਹ ਜਾਗੇ, ਨਾ ਵਾਪਸ ਆਵੇ। ਪਰ ਅਸਲ ਵਿੱਚ ਪਰਿਵਾਰ ਨੇ ਸੀ ਛੱਡਣਾ। ਗੁਰੂ ਸਾਹਿਬ ਜੀ ਕਹਿੰਦੇ ਪਰਿਵਾਰ ਦੇ ਵਿੱਚ ਰਹਿ ਕੇ ਇਹ 5 ਵਿਕਾਰ ਛੱਡਣੇ ਸਨ। ਛੱਡਣ ਤੋਂ ਭਾਵ ਕਿ ਇਹਨਾਂ ਦੇ ਵਸ ਵਿੱਚ ਤੂੰ ਨਹੀਂ ਸੀ ਹੋਣਾ, ਇਹਨਾਂ ਨੂੰ ਆਪਣੇ ਵਸ ਵਿੱਚ ਰੱਖਣਾ ਸੀ, ਬੰਨ੍ਹ ਕੇ ਰੱਖਣਾ ਸੀ। ਦੇਸ਼ ਛੋੜ ਪਰਦੇਸੇ ਧਾਇਆ, 5 ਚੰਡਾਲ ਨਾਲੇ ਲੈ ਆਇਆ। ਉਹ ਚੰਡਾਲ ਤੇ ਪੰਜੇ ਨਾਲ ਹੀ ਲੱਗੇ ਫਿਰਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਔਰ ਘਰ ਗ੍ਰਸਤੀ ਦੇ ਵਿੱਚ ਰਹਿ ਕੇ ਜਿਹੜੇ ਗੁਰੂ ਵਾਲੇ ਬਣ ਕੇ ਗੁਰੂ ਦੀ ਓਟ ਲਈ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹ ਰਹਿਣੇ ਅੰਦਰ ਹੀ ਨੇ, ਸਰੀਰ ਦੇ, ਕਿਤੇ ਬਾਹਰ ਨਹੀਂ ਜਾਣੇ। ਪਰ ਗੁਰੂ ਦੀ ਕਿਰਪਾ ਲੈ ਕੇ ਉੱਥੇ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਪੰਜਾਂ ਨੂੰ ਉਹਨਾਂ ਨੇ ਬੰਨ੍ਹ ਕੇ ਰੱਖਿਆ ਹੈ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੂਆ। ਜਿਹਨੇ ਸੱਚੇ ਦਾ ਢੂਆ ਕੀਤਾ, ਸੱਚੇ ਦੀ ਟੇਕ ਲਈ, ਉਹ ਪੰਜਾਂ ਨੂੰ ਬੰਨ੍ਹ ਕੇ ਰੱਖਦੇ ਨੇ, ਘਰ ਛੱਡ ਕੇ ਭੱਜਦੇ ਨਹੀਂ। ਉਹ ਸੂਰਮੇ ਨੇ। ਘਰ ਛੱਡ ਕੇ ਤੋਂ ਭੱਜਦੇ ਨੇ ਜਿਹੜੇ ਭਗੌੜੇ ਨੇ, ਜਿਹੜੇ ਡਰਪੋਕ ਨੇ। ਹੁਣ ਇੱਥੇ ਸਤਿਗੁਰੂ ਜੀ ਸਮਝਾਉਂਦੇ ਨੇ ਵੀ ਘਰ ਨਹੀਂ ਛੱਡਣਾ, ਉਹਨੂੰ ਪੁੱਛ ਲੈਣਾ ਸੀ ਵੀ ਤੈਨੂੰ ਤਾਂ ਮਿਲਿਆ ਨਹੀਂ, ਘਰ ਘਰ 'ਚ ਫਿਰ ਆ ਕੇ ਮੰਗਣਾ ਹੈ। ਗੁਰੂ ਸਾਹਿਬ ਜੀ ਨੇ ਕੁਝ ਇਸੇ ਤਰ੍ਹਾਂ ਦਾ ਉਪਦੇਸ਼ ਭਾਈ ਜੱਗੇ ਨੂੰ ਹੋਰ ਦਿੱਤਾ ਹੈ। ਉਹ ਆਪਾਂ ਕੱਲ੍ਹ ਵਿਚਾਰਾਂਗੇ। ਇਤਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ। ਔਰ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ।
ਕਰੇ।